ਓਸ਼ੋ ਦਾ ਜਨਮ 11 ਦਸੰਬਰ 1931 ਨੂੰ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਬਰੇਲੀ ਤਹਿਸੀਲ ਦੇ ਕੁਚਵਾੜਾ ਵਿਲੇਜ ਵਿੱਚ ਹੋਇਆ ਸੀ। ਜਨਮ ਦੇ ਸਮੇਂ ਉਨ੍ਹਾਂ ਨਾਮ ਚੰਦਰ ਮੋਹਨ ਜੈਨ ਸੀ। ਉਹ ਆਪਣੇ ਮਾਤਾ-ਪਿਤਾ ਦੀ 11ਵੀਂ ਸੰਤਾਨ ਵਿੱਚੋਂ ਸਭ ਤੋਂ ਵੱਡੇ ਸੀ। ਇਹਨਾਂ ਦੇ ਪਿਤਾ ਜੀ ਕੱਪੜੇ ਦੇ ਵਪਾਰੀ ਸਨ। ਓਸ਼ੋ ਨੇ ਆਪਣਾ ਸ਼ੁਰੂਆਤੀ ਬਚਪਨ ਆਪਣੇ ਦਾਦਾ-ਦਾਦੀ ਦੇ ਨਾਲ ਬਿਤਾਇਆ ਅਤੇ ਉਹਨਾਂ ਦੇ ਨਾਲ ਰਹਿਣ ਵਿੱਚ ਕਾਫ਼ੀ ਸੁਤੰਤਰਤਾ ਦਾ ਆਨੰਦ ਲਿਆ। ਓਸ਼ੋ ਆਪਣੇ ਬਚਪਨ ਵਿੱਚ ਹੀ ਸਮਾਜਿਕ, ਧਾਰਮਿਕ ਅਤੇ ਸੰਸਕ੍ਰਿਤਿਕ ਮੁੱਦਿਆਂ ਉੱਤੇ ਪ੍ਰਸ਼ਨ ਪੁੱਛਦੇ ਰਹਿੰਦੇ ਸੀ। ਸਾਲ 1955 ਵਿੱਚ ਡੀ.ਐਨ. ਜੈਨ ਕਾਲਜ ਤੋਂ ਫਿਲਾਸਫੀ ਵਿੱਚ B.A. ਕੀਤਾ ਅਤੇ ਸਾਲ 1957 ਵਿੱਚ ਸਾਗਰ ਯੂਨੀਵਰਸਿਟੀ ਤੋਂ ਉਹਨਾਂ ਨੇ ਫਿਲਾਸਫੀ ਵਿੱਚ ਡਿਸਕਸ਼ਨ ਦੇ ਨਾਲ M.A. ਕੀਤਾ। 1960 ਦੇ ਦਸ਼ਕ ਵਿੱਚ ਓਸ਼ੋ ਆਚਾਰੀਆ ਰਜਨੀਸ਼ ਦੇ ਨਾਮ ਨਾਲ ਮਸ਼ਹੂਰ ਸਨ, ਲੇਕਿਨ ਬਾਅਦ ਵਿੱਚ ਉਹਨਾਂ ਨੂੰ ਓਸ਼ੋ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਓਸ਼ੋ ਨਾਮ ਨਾਲ ਜੁੜੀ ਇੱਕ ਪ੍ਰਚਲਿਤ ਮਾਨਤਾ ਹੈ। ਓਸ਼ੋ ਸ਼ਬਦ ਦਾ ਉਦਮ ਓਸ਼ਨਿਕ ਤੋਂ ਹੋਇਆ ਹੈ, ਜਿਸ ਦਾ ਪ੍ਰਯੋਗ ਵਿਲੀਅਮ ਜੇਮਸ ਨੇ ਆਪਣੀ ਕਵਿਤਾ ਵਿੱਚ ਕੀਤਾ ਸੀ। ਓਸ਼ਨਿਕ ਦਾ ਸ਼ਾਬਦਿਕ ਅਰਥ ਹੈ ਸਾਗਰ ਵਿੱਚ ਵਿਲੀਨ ਹੋ ਜਾਣਾ। ਇਸੇ ਤਰ੍ਹਾਂ ਓਸ਼ੋ ਸ਼ਬਦ ਦਾ ਅਰਥ ਨਿਕਲਦਾ ਹੈ ਸਾਗਰ ਵਿੱਚ ਵਿਲੀਨ ਹੋ ਜਾਣ ਵਾਲਾ। ਉਹਨਾਂ ਦੀ ਭੋਗਵਾਦੀ ਵਿਚਾਰਧਾਰਾ ਦੇ ਸ਼ਰਧਾਲੂ ਸਾਰੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ। ਓਸ਼ੋ ਨੇ ਪੁਣੇ ਵਿੱਚ ਰਜਨੀਸ਼ ਕੇਂਦਰ ਦੀ ਸਥਾਪਨਾ ਕੀਤੀ ਸੀ ਅਤੇ ਆਪਣੇ ਵਚਿੱਤਰ ਭੋਗਵਾਦੀ ਦਰਸ਼ਨ ਦੇ ਕਾਰਨ ਛੇਤੀ ਹੀ ਵਿਸ਼ਵ ਵਿੱਚ ਚਰਚਿਤ ਹੋ ਗਏ ਸੀ। ਸਾਲ 1958 ਵਿੱਚ ਓਸ਼ੋ ਜਬਲਪੁਰ ਦੀ ਯੂਨੀਵਰਸਿਟੀ ਵਿੱਚ ਦਰਸ਼ਨ ਸ਼ਾਸਤਰ ਦੇ ਲੈਕਚਰਾਰ ਦੇ ਰੂਪ ਵਿੱਚ ਕੰਮ ਕਰਨ ਲੱਗੇ ਅਤੇ 1960 ਵਿੱਚ ਉਹ ਪ੍ਰੋਫੈਸਰ ਬਣ ਗਏ। ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ। ਓਸ਼ੋ ਨੇ ਭਾਰਤ ਦੇ ਰੂੜੀਵਾਦੀ ਧਰਮਾਂ ਦੀ ਆਲੋਚਨਾ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਸੈਕਸ ਅਧਿਆਤਮਕ ਵਿਕਾਸ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਉਹਨਾਂ ਦੇ ਇਸ ਬਿਆਨ ਦੀ ਕਾਫ਼ੀ ਆਲੋਚਨਾ ਵੀ ਹੋਈ, ਪਰੰਤੂ ਸਮਾਜ ਦਾ ਇੱਕ ਵੱਡਾ ਹਿੱਸਾ ਉਹਨਾਂ ਦੀ ਤਰਫ ਆਕਰਸ਼ਿਤ ਹੋਣ ਲੱਗਾ ਸੀ। ਸਾਲ 1962 ਵਿੱਚ ਉਹਨਾਂ ਨੇ ਜੀਵਨ ਜਾਗਰਤੀ ਕੇਂਦਰ ਸ਼ੁਰੂ ਕੀਤੇ ਅਤੇ ਧਿਆਨ ਉੱਤੇ ਕੇਂਦਰਿਤ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗੇ। 1966 ਤੱਕ ਉਹ ਇੱਕ ਅਧਿਆਤਮਕ ਗੁਰੂ ਬਣ ਗਏ ਸੀ। ਉਹਨਾਂ ਦੀ ਅਧਿਆਤਮਕ ਸਿੱਖਿਆ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੋਣ ਕਰਕੇ ਉਹਨਾਂ ਨੇ ਆਪਣੀ ਨੌਕਰੀ ਨੂੰ ਛੱਡ ਦਿੱਤਾ ਸੀ। ਉਹ ਹੋਰ ਅਧਿਆਤਮਕ ਗੁਰੂਆਂ ਤੋਂ ਅਲੱਗ ਸੀ। ਸਾਲ 1968 ਵਿੱਚ ਉਹਨਾਂ ਨੇ ਇੱਕ ਸੈਕਸ ਉੱਤੇ ਆਧਾਰਿਤ ਲੈਕਚਰ ਲੜੀ ਦਾ ਆਯੋਜਨ ਕੀਤਾ, ਜਿਸ ਨੂੰ ਬਾਅਦ ਵਿੱਚ ਫਰੋਮ ਸੈਕਸ ਟੂ ਸੁਪਰਕੌਨਸ਼ੀਅਸ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਜਿਸ ਦੇ ਕਾਰਨ ਓਸ਼ੋ ਨੂੰ ਭਾਰਤ ਦੇ ਨੇਤਾਵਾਂ ਦੁਆਰਾ ਅਤੇ ਭਾਰਤੀ ਪ੍ਰੈਸ ਦੁਆਰਾ ਸੈਕਸ ਗੁਰੂ ਕਿਹਾ ਜਾਣ ਲੱਗ ਪਿਆ। ਸਾਲ 1970 ਵਿੱਚ ਓਸ਼ੋ ਨੇ ਇੱਕ ਗਤੀਸ਼ੀਲ ਧਿਆਨ ਵਿਧੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ। ਓਸ਼ੋ ਦਾ ਕਹਿਣਾ ਸੀ ਕਿ ਇਸ ਵਿਧੀ ਦੁਆਰਾ ਲੋਕ ਦਿਵਯਤਾ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ। ਸਾਲ 1971 ਵਿੱਚ ਓਸ਼ੋ ਨੂੰ ਭਗਵਾਨ ਸ਼੍ਰੀ ਰਜਨੀਸ਼ ਦੇ ਨਾਮ ਨਾਲ ਪਹਿਚਾਣਿਆ ਜਾਣ ਲੱਗ ਪਿਆ। ਓਸ਼ੋ ਨੇ ਧਿਆਨ ਲਗਾਉਣ ਦੇ 100 ਤਰੀਕੇ ਈਜਾਦ ਕੀਤੇ। ਸਾਲ 1974 ਵਿੱਚ ਓਸ਼ੋ ਪੁਣੇ ਚਲੇ ਗਏ। ਉੱਥੇ ਉਹਨਾਂ ਨੇ 7 ਸਾਲ ਦਾ ਸਮਾਂ ਬਤੀਤ ਕੀਤਾ। ਇੱਥੇ ਉਹਨਾਂ ਦੇ ਸ਼ਰਧਾਲੂਆਂ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਗਈ ਸੀ। ਉਹ ਹਰ ਦਿਨ 90 ਮਿੰਟ ਦਾ ਭਾਸ਼ਣ ਯੋਗ, ਜੈਨ ਤੰਤਰ ਅਤੇ ਸੂਫੀਵਾਦ ਆਦਿ ਵਿਸ਼ਿਆਂ ਉੱਤੇ ਦਿੰਦੇ ਸੀ। ਉਹਨਾਂ ਦੇ ਇਹਨਾਂ ਭਾਸ਼ਣਾਂ ਨੂੰ 50 ਭਾਸ਼ਾਵਾਂ ਵਿੱਚ ਟਰਾਂਸਲੇਟ ਕੀਤਾ ਜਾਂਦਾ ਸੀ। ਓਸ਼ੋ ਨੂੰ ਸਮਾਜ ਦੇ ਰੂੜੀਵਾਦੀ ਗੁੱਟ, ਅਨੈਤਿਕ ਅਤੇ ਵਿਵਾਦਪ੍ਰਸਤ ਮੰਨਿਆ ਜਾਂਦਾ ਸੀ। ਉਸ ਸਮੇਂ ਉਹਨਾਂ ਨੂੰ ਉੱਥੋਂ ਦੀ ਸਥਾਨਿਕ ਸਰਕਾਰ ਦੁਆਰਾ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹਨਾਂ ਨੂੰ ਉੱਥੇ ਆਸ਼ਰਮ ਬਣਾਏ ਰੱਖਣ ਵਿੱਚ ਮੁਸ਼ਕਿਲ ਹੋ ਗਈ ਅਤੇ ਉਹਨਾਂ ਨੇ ਸਥਾਨ ਬਦਲਣ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਉਹ 2000 ਸ਼ਰਧਾਲੂਆਂ ਨਾਲ ਅਮਰੀਕਾ ਚਲੇ ਗਏ। ਸਾਲ 1981 ਵਿੱਚ ਸੈਂਟਰਲ ਓਰੇਗਨ, ਅਮਰੀਕਾ ਵਿੱਚ ਉਹਨਾਂ ਨੇ 100 ਸਕੁਆਇਰ ਮੀਟਰ ਦਾ ਖੇਤ ਲਿਆ। ਉੱਥੇ ਉਹਨਾਂ ਨੇ ਰਜਨੀਸ਼ਪੁਰਮ ਨਾਮਕ ਸ਼ਹਿਰ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ। ਰਜਨੀਸ਼ਪੁਰਮ ਅਮਰੀਕਾ ਵਿੱਚ ਸ਼ੁਰੂ ਹੋਣ ਵਾਲਾ ਸਭ ਤੋਂ ਵੱਡਾ ਅਧਿਆਤਮਕ ਸਮੁਦਾਇ ਬਣ ਗਿਆ। ਲੱਖਾਂ ਦੀ ਸੰਖਿਆ ਵਿੱਚ ਉਹਨਾਂ ਦੇ ਸ਼ਰਧਾਲੂ ਹਰ ਸਾਲ ਆਸ਼ਰਮ ਵਿੱਚ ਆਉਂਦੇ। ਉਹਨਾਂ ਦਾ ਇਹ ਆਸ਼ਰਮ 65,000 ਏਕੜ ਵਿੱਚ ਫੈਲਿਆ ਸੀ।
ਓਸ਼ੋ ਦਾ ਅਮਰੀਕਾ ਪ੍ਰਵਾਸ ਬੇਹੱਦ ਹੀ ਵਿਵਾਦਪੂਰਨ ਰਿਹਾ। ਉਹ ਆਪਣੀ ਮਹਿੰਗੀ ਘੜੀਆਂ, ਰੋਲਜ਼ ਰੌਇਸ ਕਾਰਾਂ, ਡਿਜ਼ਾਈਨਰ ਕੱਪੜਿਆਂ ਦੀ ਵਜ੍ਹਾ ਕਰਕੇ ਉਹ ਹਮੇਸ਼ਾ ਚਰਚਾ ਵਿੱਚ ਬਣੇ ਰਹਿੰਦੇ ਸੀ। ਸਾਲ 1985 ਵਿੱਚ ਉਹਨਾਂ ਦੇ ਆਸ਼ਰਮ ਵਿੱਚ ਸਮੂਹਿਕ ਫੂਡ ਪੁਆਇਜ਼ਨਿੰਗ ਦੀ ਘਟਨਾ ਘਟਿਤ ਹੋਈ, ਜਿਸ ਕਾਰਨ ਓਸ਼ੋ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਅਮਰੀਕੀ ਸਰਕਾਰ ਨੇ ਓਸ਼ੋ ਦੇ ਉੱਪਰ ਪ੍ਰਵਾਸ ਨਿਯਮਾਂ ਦੇ ਉਲੰਘਣਾ ਦਾ ਆਰੋਪ ਲਗਾ ਕੇ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਲੈ ਲਿਆ ਸੀ। ਇਸ ਦੌਰਾਨ ਓਸ਼ੋ ਨੂੰ 4 ਲੱਖ ਅਮਰੀਕੀ ਡਾਲਰ ਦੀ ਪੈਨਲਟੀ ਭੁਗਤਣੀ ਪਈ ਸੀ ਅਤੇ 5 ਸਾਲ ਤੱਕ ਅਮਰੀਕਾ ਵਾਪਸ ਨਾ ਆਉਣ ਦੀ ਸਜ਼ਾ ਵੀ ਮਿਲੀ ਸੀ। ਅਮਰੀਕਾ ਤੋਂ ਬਾਹਰ ਨਿਕਲਣ ਤੋਂ ਬਾਅਦ ਓਸ਼ੋ ਕਈ ਸਾਰੇ ਯੂਰਪੀ ਦੇਸ਼ਾਂ ਵਿੱਚ ਗਏ, ਲੇਕਿਨ ਅਮਰੀਕੀ ਸਰਕਾਰ ਦੇ ਦਬਾਅ ਕਾਰਨ ਕਿਸੇ ਵੀ ਰਾਸ਼ਟਰ ਨੇ ਉਹਨਾਂ ਨੂੰ ਸ਼ਰਨ ਨਹੀਂ ਦਿੱਤੀ। ਤਕਰੀਬਨ 21 ਦੇਸ਼ਾਂ ਨੇ ਓਸ਼ੋ ਨੂੰ ਆਪਣੇ ਦੇਸ਼ ਤੋਂ ਬਾਹਰ ਕਰ ਦਿੱਤਾ। ਆਖਿਰਕਾਰ ਨੇਪਾਲ ਵਿੱਚ ਉਹਨਾਂ ਨੂੰ ਕੁਝ ਸਮੇਂ ਲਈ ਜਗ੍ਹਾ ਮਿਲੀ ਅਤੇ ਫਿਰ ਉਹ 1985 ਵਿੱਚ ਭਾਰਤ ਵਾਪਸ ਆ ਗਏ ਸੀ। ਓਸ਼ੋ ਇੱਕ ਵਿਵਾਦਪ੍ਰਸਤ, ਰਹੱਸਦਰਸ਼ੀ ਅਧਿਆਤਮਕ ਗੁਰੂ ਸੀ। ਉਹਨਾਂ ਦੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਿਤ ਹੋਈਆਂ। ਕਿਹਾ ਜਾਂਦਾ ਹੈ ਕਿ ਓਸ਼ੋ ਨੇ ਆਪਣੇ ਜੀਵਨ ਕਾਲ ਵਿੱਚ ਤਕਰੀਬਨ 1,50,000 ਕਿਤਾਬਾਂ ਪੜ੍ਹੀਆਂ ਸੀ। ਓਸ਼ੋ ਨੇ ਦੁਨੀਆ ਭਰ ਦੇ ਲੇਖਕਾਂ, ਦਾਰਸ਼ਨਿਕਾਂ ਦੇ ਵਿਚਾਰਾਂ ਨੂੰ ਪੜ੍ਹਨੇ ਅਤੇ ਸਮਝਣ ਦਾ ਪ੍ਰਯਾਸ ਕੀਤਾ ਸੀ। ਕਿਹਾ ਜਾਂਦਾ ਹੈ ਕਿ ਓਸ਼ੋ ਕੇਵਲ ਪੱਤਰ ਅਤੇ ਕਵਿਤਾਵਾਂ ਲਿਖਦੇ ਸੀ। ਉਹਨਾਂ ਨੇ ਖੁਦ ਕੋਈ ਕਿਤਾਬ ਨਹੀਂ ਲਿਖੀ। ਅੱਜ ਮਾਰਕੀਟ ਵਿੱਚ ਜਿੰਨੀਆਂ ਵੀ ਕਿਤਾਬਾਂ ਉਹਨਾਂ ਦੇ ਨਾਮ ਨਾਲ ਵਿਕ ਰਹੀਆਂ ਹਨ, ਉਹ ਸਭ ਉਹਨਾਂ ਦੇ ਦਿੱਤੇ ਗਏ ਭਾਸ਼ਣਾਂ ਦੇ ਸਰੋਤ ਤੋਂ ਲਈਆਂ ਗਈਆਂ ਨੇ। ਓਸ਼ੋ ਨੇ ਖੁਦ ਕੋਈ ਕਿਤਾਬ ਨਹੀਂ ਲਿਖੀ। ਓਸ਼ੋ ਦੇ ਆਸ਼ਰਮ ਦੀ ਸੰਪੱਤੀ ਕਈ ਹਜ਼ਾਰ ਕਰੋੜ ਰੁਪਏ ਹੈ। ਓਸ਼ੋ ਦੀ ਇਹ ਪੂਰੀ ਵਸੀਅਤ ਓਸ਼ੋ ਇੰਟਰਨੈਸ਼ਨਲ ਦੇ ਨਿਯੰਤਰਣ ਵਿੱਚ ਹੈ। ਓਸ਼ੋ ਦੀ ਕਈ ਚਰਚਿਤ ਰਚਨਾਵਾਂ ਨੇ, ਜਿਨ੍ਹਾਂ ਵਿੱਚੋਂ ਸੰਭੋਗ ਤੋਂ ਸਮਾਧੀ ਤੱਕ, ਮ੍ਰਿਤਿਯੂ ਹੈ ਦੁਆਰ ਅੰਮ੍ਰਿਤਾ, ਸੰਭਾਵਨਾਵਾਂ ਦੀ ਆਹਟ, ਪ੍ਰੇਮ ਦਰਸ਼ਨ ਦੇ ਪ੍ਰਮੁੱਖ ਕਿਤਾਬਾਂ ਹਨ। 19 ਜਨਵਰੀ 1990 ਨੂੰ 58 ਸਾਲ ਦੀ ਉਮਰ ਵਿੱਚ ਓਸ਼ੋ ਨੇ ਆਪਣੀ ਆਖਰੀ ਸਾਹ ਲਈ। ਓਸ਼ੋ ਦੀ ਮੌਤ ਨੂੰ ਲੈ ਕੇ ਸੰਦੇਹਪ੍ਰਸਤ ਤੱਥ ਮੌਜੂਦ ਹਨ। ਕਿਹਾ ਜਾਂਦਾ ਹੈ ਕਿ ਅਮਰੀਕੀ ਸਰਕਾਰ ਨੇ ਓਸ਼ੋ ਨੂੰ ਜਾਨ ਤੋਂ ਮਾਰਨ ਦੀ ਪੂਰੀ ਪਲੈਨਿੰਗ ਬਣਾ ਰੱਖੀ ਸੀ। ਕਿਹਾ ਜਾਂਦਾ ਹੈ ਕਿ ਜੇਲ੍ਹ ਦੀ ਹਿਰਾਸਤ ਦੌਰਾਨ ਓਸ਼ੋ ਨੂੰ ਜੇਲ੍ਹ ਦੇ ਅਧਿਕਾਰੀਆਂ ਨੇ ਥੈਲੀਅਮ ਨਾਮ ਦਾ ਧੀਮਾ ਜ਼ਹਿਰ ਦੇ ਦਿੱਤਾ ਸੀ, ਜਿਸ ਦਾ ਅਸਰ 6 ਮਹੀਨੇ ਵਿੱਚ ਹੀ ਉਹਨਾਂ ਦੇ ਉੱਪਰ ਦਿਖਾਈ ਦੇਣ ਲੱਗਾ ਸੀ। ਜਦੋਂ ਉਹ 1987 ਵਿੱਚ ਓਸ਼ੋ ਮਹਾਰਾਸ਼ਟਰ ਦੇ ਪੁਣੇ ਸਥਿਤ ਆਸ਼ਰਮ ਵਿੱਚ ਵਾਪਸ ਆਏ ਤਾਂ ਆਸ਼ਰਮ ਵਿੱਚ ਵਾਪਸ ਆਉਣ ਤੋਂ ਬਾਅਦ ਉਹਨਾਂ ਦੀ ਤਬੀਅਤ ਲਗਾਤਾਰ ਵਿਗੜਦੀ ਗਈ ਅਤੇ ਸਰੀਰਕ ਰੂਪ ਤੋਂ ਕਮਜ਼ੋਰ ਹੁੰਦੇ ਗਏ। ਆਖਿਰਕਾਰ 19 ਜਨਵਰੀ ਨੂੰ ਓਸ਼ੋ ਦੀ ਮੌਤ ਹੋ ਗਈ। ਸੂ ਐਪਲਟਨ ਨਾਮ ਦੀ ਇੱਕ ਲੇਖਿਕਾ ਨੇ ਓਸ਼ੋ ਦੀ ਮੌਤ ਨੂੰ ਲੈ ਕੇ ਇੱਕ ਪੁਸਤਕ ਲਿਖੀ ਹੈ, ਜਿਸ ਦਾ ਟਾਈਟਲ ਹੈ ਦਿਆ ਅੰਮ੍ਰਿਤ ਪਾਇਆ ਜ਼ਹਿਰ। ਇਸ ਪੁਸਤਕ ਦੇ ਅਨੁਸਾਰ ਰੋਨਾਲਡ ਰੀਗਨ ਸਰਕਾਰ ਦੁਆਰਾ ਓਸ਼ੋ ਨੂੰ ਥੈਲੀਅਮ ਜ਼ਹਿਰ ਦੇਣ ਦੀ ਗੱਲ ਆਖੀ ਹੈ।